मन तू जोत स्वरूप है, अपना मूल पछान। मन हर जी तेरे नाल है, गुरमती रंग मान। मूल पछाणे तां सौ जाने, मरण जीवन की सोझी होई। गुर प्रसादी एको जाने, तां दूजा भाव न होई। मन शांत आई बजी बधाई, तां होआ परवान। इयों कह नानक मन तू जोत स्वरूप है, अपना मूल पछान। मन तू गर्भ अटिया, गर्भ लदया जाहि। माया मोणी मोहया, फिर जूनी पवाही। गर्भ लागा जाहे मुग्ध मन, अंत गया पछतावहे। अहंकार तिसना रोग लगा, बिरथा जन्म गवावहे। मन मुख मुग्ध चेतै नाही, अग्गै गया पछतावहे। इयों कह नानक मन तू गर्भ अटिया, गर्भ लदया जावै। वाहिगुरु जी का खालसा, वाहिगुरु जी की फतेह। ਗੁਰਬਾਣੀ ਦੇ ਪਾਠ ਕਰਨ ਨਾਲ ਵੀ ਆਨੰਦ ਆਉਂਦਾ ਹੈ, ਪਰ ਜੋ ਕਪਾਟ ਗੁਰਬਾਣੀ ਦੀ ਵਿਚਾਰ ਨਾਲ ਖੁੱਲ੍ਹਦੇ ਹਨ, ਉਹ ਨਿਰਾ ਪਾਠ ਕੀਤਿਆਂ ਵੀ ਨਹੀਂ ਖੁੱਲ੍ਹਦੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਾਠ ਕਰਨਾ ਇਸ ਮਾਰਗ 'ਤੇ ਤੁਰਨ ਦੀ ਪਹਿਲੀ ਪੌੜੀ ਹੈ, ਪਰ ਨਿਰਾ ਇਸ ਪੌੜੀ 'ਤੇ ਹੀ ਖੜੇ ਹੋ ਜਾਣਾ ਕਿ ਮੈਂ ਪਾਠ ਕਰ ਲਿਆ ਜਾਂ ਮੈਂ ਪਾਠ ਕਰ ਲੈਂਦਾ ਹਾਂ, ਇਹ ਕਾਫੀ ਨਹੀਂ। ਜਿਉਂ-ਜਿਉਂ ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ, ਇਹ ਤਾਂ ਬਾਤ ਹੀ ਕੁਝ ਹੋਰ ਹੈ। ਅਸੀਂ ਇਸ ਨੂੰ ਇੱਕ ਰੂਟੀਨ ਵਰਕ ਬਣਾ ਕੇ ਫਾਰਮੈਲਿਟੀ ਦੇ ਤੌਰ 'ਤੇ ਪਾਠ ਕਰਨੇ ਅਤੇ ਕਰਾਉਣੇ ਸ਼ੁਰੂ ਕਰ ਦਿੱਤੇ। ਜੋ ਮੇਰਾ ਸਬਜੈਕਟ ਹੈ ਉਹ ਇਹ ਹੈ ਕਿ ਬਾਣੀ ਦੀ ਵਿਚਾਰ ਕੀਤੇ ਤੋਂ ਬਿਨਾਂ ਸਾਨੂੰ ਸੋਝੀ ਨਹੀਂ ਪੈ ਸਕਦੀ। ਤੋ ਹੁਣ ਜਿਸ ਪਦ ਦੀ ਵਿਚਾਰ ਕਰ ਰਹੇ ਹਾਂ, ਇਹਦੇ ਵਿੱਚ ਗੁਰੂ ਅਮਰਦਾਸ ਜੀ ਨੇ ਮਨ ਨੂੰ ਸੰਬੋਧਨ ਕੀਤਾ ਹੈ, ਕਿਉਂਕਿ ਮਨ ਹਰ ਪ੍ਰਾਣੀ ਦੇ ਕੋਲ ਹੈ ਔਰ ਮਨ ਨੂੰ ਸਮਝਾਏ ਤੋਂ ਬਿਨਾਂ, ਜੋੜੇ ਤੋਂ ਬਿਨਾਂ, ਪ੍ਰੇਰੇ ਤੋਂ ਬਿਨਾਂ ਸਾਡਾ ਕੋਈ ਕਾਰਜ ਨਹੀਂ ਸਰ ਸਕਦਾ। ਇਸ ਲਈ ਭਗਤ ਕਬੀਰ ਜੀ ਨੇ ਵੀ ਕਿਹਾ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕਾ ਜੀਓ। ये मन ले जो उन मन रह, तो तीन लोग की बात न कह। गल तां मन परथाए। मैं कई बारी अपनी सरल भाषा विच कह देना, जिवें किसी बहुत चंगे माता पिता का कोई बच्चा होवे और वो भैड़ी संगत विच पै के भैड़े काम करन लग पवे, ते कोई उस परिवार का हमदर्द ਉਹਦੇ ਬਜ਼ੁਰਗਾਂ ਨੂੰ ਜਾਣਦਾ ਹੋਵੇ ਤੇ ਉਹ ਤਰਸ ਖਾ ਕੇ ਕਹਿੰਦੇ, ਕਾਕਾ ਤੂੰ ਵੇਖ ਤਾਂ ਸਹੀ, ਤੂੰ ਕਿਹੜੇ ਪਰਿਵਾਰ ਦਾ ਬੱਚਾ ਹੈ, ਤੇਰੇ ਬਜ਼ੁਰਗ ਕੈਸੇ ਸਨ, ਉਹਨਾਂ ਦੀ ਕੈਸੀ ਸੋਭਾ ਸੀ, ਤੂੰ ਕੀ ਕਰ ਰਿਹਾ। ਸੱਚਮੁੱਚ ਇਸੇ ਤਰ੍ਹਾਂ ਗੁਰੂ ਮਹਾਰਾਜ ਇਸ ਵਿਗੜੇ ਹੋਏ ਮਨ ਨੂੰ ਸਮਝਾਉਣ ਲਈ ਕਿਤਨੀ ਸੁੰਦਰ ਪ੍ਰੇਰਨਾ ਕਰਦੇ। मन तू जोत स्वरूप है,
ਹੁਣ ਇੱਥੇ ਮਨ ਦਾ ਨੰਨਾ ਮੁਕਤਾ ਹੈ ਤੇ ਮਨ ਸੰਬੋਧਨ। ਇਸੇ ਸ਼ਬਦ ਵਿੱਚ ਹੀ, ਇਹਨਾਂ ਪੰਕਤੀਆਂ ਵਿੱਚ ਹੀ ਤੁਸੀਂ ਮਨ ਦੇ ਕਈ ਸਰੂਪ ਦੇਖ ਲਓਗੇ। ਮਨ ਦੇ ਨੰਨੇ ਨੂੰ ਸਿਹਾਰੀ ਵੀ ਆ ਜਾਏਗੀ, ਮਨ ਦੇ ਨੰਨੇ ਨੂੰ ਔਂਕੜ ਵੀ ਆ ਜਾਏਗੀ। ਤੋ ਇੱਥੇ ਮਨ ਸੰਬੋਧਨ ਹੈ ਤੇ ਮਨ ਤੁਹਾਡੇ ਕੋਲ ਵੀ ਹੈ, ਮੇਰੇ ਕੋਲ ਵੀ ਹੈ, ਸਾਡੇ ਸਾਰਿਆਂ ਕੋਲ ਹੈ। ਤੇ ਆਪਣੇ ਆਪਣੇ ਮਨ ਨੂੰ ਗੁਰੂ ਸ਼ਬਦ ਰਾਹੀਂ ਆਪ ਸਮਝਾਈਏ। ਮਨ ਤੂੰ ਜੋਤ ਸਰੂਪ ਹੈ, हे ਮਨਾ ਤੂੰ ਤੇ ਜੋਤ ਸਰੂਪ ਹੈ, ਤੂੰ ਤੇ परमात्मा ਦੀ अंश है। कबीर जी ने बड़ा खूबसूरत किया, कहो कबीर तू राम की अंश, जस कागज पर मिटे न मंस। फिर नाल ही आख्या अपना मूल पछाण। अपना मूल मुढ़ असला, जिथों तू पैदा होया उन्होंने पछाण ना कर। ਇਹਦਾ ਮਤਲਬ ਜਦੋਂ ਅਸੀਂ ਆਪਣੇ ਮੂਲ ਨੂੰ ਭੁੱਲ ਜਾਂਦੇ ਹਾਂ, ਜਦੋਂ ਅਸੀਂ ਆਪਣੇ ਵੱਡ ਵਡੇਰਿਆਂ ਨੂੰ ਭੁੱਲ ਜਾਂਦੇ ਹਾਂ, ਉਦੋਂ ਅਸੀਂ ਰੁੱਲ ਜਾਂਦੇ ਹਾਂ, ਉਦੋਂ ਅਸੀਂ ਗਲਤ ਪਾਸੇ ਤੁਰ ਪੈਂਦੇ। ਤੋ ਸਭ ਤੋਂ ਪਹਿਲੀ ਤੇ ਮੁੱਢਲੀ ਗੱਲ ਇਹ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ हर जी तेरे नाल है, गुरमती रंग मान। हे मना वाहिगुरु जी तेरे नाल ਹਨ, क्योंकि तू उन्हां दी अंश है, वो तेरे तो दूर नहीं हैगे। पर आम बंदा कहता जी कित्थे है, सानू विखाओ। महाराज कहते जे तू वेखना है, जे ਉਹਦੇ प्यार नू मानना है तो गुरमती रंग मान। गुरु की मत द्वारा ਉਹਦੇ ਮਿਲਾਪ ਦਾ, ਉਹਦੇ ਦਰਸ਼ਨਾਂ ਦਾ, ਉਹਦੀ ਨੇੜਤਾ ਦਾ ਰੰਗ ਮਾਣਨਾ ਕਰ। ਜਦੋਂ ਮੈਂ ਬਾਣੀ ਦੀਆਂ ਇਹ ਪੰਕਤੀਆਂ ਪੜ੍ਹਦਾ, ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਕਈ ਵਿਦਵਾਨਾਂ ਨੇ ਤੇ ਇਹੀ ਅਰਥ ਕੀਤੇ ਨੇ ਕਿ ਪੁੱਤਰ ਸਪੁੱਤਰ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਕਰਦੇ। ਪਰ ਕੁਝ ਵਿਦਵਾਨਾਂ ਦੀ ਰਾਏ ਹੈ ਕਿ ਜੇ ਅਸੀਂ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਪੜ੍ਹੀਏ, ਵਿਚਾਰੀਏ, ਤਾਂ ਪੁੱਤਰਾਂ ਤੋਂ ਸਪੁੱਤਰ ਬਣ ਜਾਂਦੇ। ਕਿਉਂਕਿ ਪੁੱਤਰ ਤੇ ਸਾਰੇ ਹੀ ਨੇ। ਜਿਹੜੇ ਮਾਂ ਪਿਓ ਦੇ ਘਰ ਜਨਮ ਲੈਂਦੇ ਨੇ ਉਹਨਾਂ ਨੂੰ ਮਾਂ ਪਿਓ ਦੇ ਪੁੱਤਰ ਹੀ ਕਿਹਾ ਜਾਏਗਾ, ਪਰ ਸਪੁੱਤਰ ਵਿਰਲੇ ਹੀ ਹੁੰਦੇ ਨੇ। ਕਈਆਂ ਨੇ ਇਹਦੀ ਵਿਆਖਿਆ ਕੀਤੀ ਹੈ, ਜਿਹੜੇ ਆਪਣੇ ਮਾਤਾ ਪਿਤਾ ਦੀ ਕੀਤੀ ਹੋਈ ਕਮਾਈ ਨੂੰ ਵਰਤੇ ਸਕਦੇ ਨੇ ਪਰ ਵਧਾਉਂਦੇ ਨਹੀਂ, ਉਹ ਪੁੱਤਰ ਨੇ। ਤੇ ਜਿਹੜੇ ਉਹਨੂੰ ਹੋਰ ਚਾਰ ਚੰਨ ਲਾ ਦੇਣ, ਉਹ ਸਪੁੱਤਰ ਨੇ। ਤੇ ਜਿਹੜੇ ਪਹਿਲੀ ਵੀ ਗਵਾ ਦੇਣ, ਉਹ ਕਪੁੱਤਰ ਨੇ। ਹੁਣ ਇਹ ਅਸੀਂ ਦੇਖਣਾ ਹੈ ਕਿ ਜਿੱਤੇ ਅਸੀਂ ਆਪਣੇ ਅੰਸ਼ ਨੂੰ, ਆਪਣੇ ਮੁੱਢ ਨੂੰ ਪਛਾਣਾਂਗੇ, ਫਿਰ ਤਾਂ ਸਾਨੂੰ ਹੋਸ਼ ਆਵੇ। ਪਰ ਇਹ ਹੋਸ਼ ਆਵੇਗੀ ਤਾਂ ਜੇ ਗੁਰੂ ਦੀ ਮੱਤ ਲਵਾਂਗੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮੂਲ ਪਛਾਣੈ ਤਾਂ ਸੋ ਜਾਣੈ, ਮਰਨ ਜੀਵਨ ਕੀ ਸੋਝੀ ਹੋਈ। ਜਿਸ ਦਿਨ ਤੂੰ ਆਪਣੇ ਮੂਲ ਨੂੰ ਪਛਾਣ ਲਿਆ, ਤੈਨੂੰ ਉਸ ਪਰਮਾਤਮਾ ਪਤੀ ਖਸਮ ਦੀ ਸੋਝੀ ਆ ਜਾਏ। ਔਰ ਤੈਨੂੰ ਇਹ ਵੀ ਪਤਾ ਲੱਗ ਜਾਏਗਾ ਮਰਨਾ ਕੀ ਹੈ ਤੇ ਜਿਉਣਾ ਕੀ। ਜਿਹੜਾ ਪਰਮਾਤਮਾ ਤੋਂ ਟੁੱਟ ਜਾਣਾ ਇਹ ਮਰਨਾ ਹੈ, ਤੇ ਜਿਹੜਾ ਪਰਮਾਤਮਾ ਨਾਲ ਜੁੜਨਾ ਇਹ ਜੀਵਨ ਹੈ। ਇਹਨੂੰ ਆਤਮਿਕ ਜੀਵਨ ਕਹਿੰਦੇ ਨੇ। ਆਤਮਿਕ ਮੌਤ ਕੀ ਹੈ ਤੇ ਆਤਮਿਕ ਜ਼ਿੰਦਗੀ ਕੀ ਹੈ, ਇਹ ਤੈਨੂੰ ਪਤਾ ਲੱਗ ਜਾਏ। ਮੂਲ ਪਛਾਣੇ ਤਾਂ ਸੋ ਜਾਣੇ, ਮਰਨ ਜੀਵਨ ਕੀ ਸੋਝੀ ਹੋਈ। ਗੁਰ ਪ੍ਰਸਾਦੀ ਏਕੋ ਜਾਣੇ, ਤਾਂ ਦੂਜਾ ਭਾਉ ਨਾ ਹੋਈ। ਆਖਿਆ ਜੇ ਗੁਰੂ ਦੀ ਕਿਰਪਾ ਨਾਲ ਏਕੋ ਜਾਣੇ, ਇੱਕ ਨੂੰ ਪਛਾਣ ਲਵੇਂ, ਇੱਕ ਨਾਲ ਤੇਰੀ ਸਾਂਝ ਬਣ ਜਾਏ,
ਤਾਂ ਤੇਰੇ ਅੰਦਰ ਫਿਰ ਦੂਜਾ ਮਾਇਆ ਦਾ ਪ੍ਰਭਾਵ ਪੈਦਾ ਹੀ ਨਹੀਂ ਹੋਵੇ। ਤੈਨੂੰ ਸਮਝ ਆ ਜਾਏਗੀ ਕਿ ਮਾਇਆ ਤੇ ਮੇਰੀ ਗੁਜਰਾਨ ਹੈ, ਇਹ ਸਭ ਕੁਝ ਨਹੀਂ, ਇਹਦੇ ਵਾਸਤੇ ਮੈਂ ਆਪਣਾ ਜੀਵਨ ਨਹੀਂ ਗਵਾ ਦੇਣਾ। ਗੁਰ ਪ੍ਰਸਾਦੀ ਏਕੋ ਜਾਣੈ, ਤਾਂ ਦੂਜਾ ਭਾਉ ਨਾ ਹੋਈ। ਬਸ ਫਿਰ ਕੀ ਹੋਵੇਗਾ? ਮਨ ਸ਼ਾਂਤ ਆਈ, ਬਜੀ ਵਧਾਈ, ਤਾਂ ਹੋਵਾ ਪਰਵਾਨ। ਹੁਣ ਦੇਖੋ ਇੱਥੇ ਵੀ ਮਨ ਆਇਆ, ਪਰ ਇੱਥੇ ਮਨ ਦੇ ਨੰਨੇ ਨੂੰ ਸਿਆਰੀ ਹੈ। ਜਿਸ ਦਿਨ ਤੈਨੂੰ ਆਪਣੇ ਸਰੂਪ ਦੀ ਸਮਝ ਆ ਗਈ, ਮਨ ਸ਼ਾਂਤ ਆਈ, ਮਨ ਵਿੱਚ ਸ਼ਾਂਤੀ ਆ ਜਾਏ, ਬਜੀ ਵਧਾਈ, ਫਿਰ ਉਹ ਚੜ੍ਹਦੀ ਕਲਾ, ਜਿਸ ਚੜ੍ਹਦੀ ਕਲਾ ਨੂੰ ਤੂੰ ਲੋੜਦਾ ਹੈ ਉਹ ਵੀ ਤੈਨੂੰ ਪ੍ਰਾਪਤ ਹੋ ਜਾਏ। ਤਾਂ ਹੋਵਾ ਪਰਵਾਨ, ਫਿਰ ਤੂੰ ਉਹਦੇ ਦਰ ਤੇ ਕਬੂਲ ਪੈ ਜਾਏਗਾ, ਤੇਰਾ ਸੰਸਾਰ ਵਿੱਚ ਆਉਣਾ ਪ੍ਰਵਾਨ ਹੋ ਜਾਏਗਾ। ਇਉਂ ਕਹਿ ਨਾਨਕ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਲਗਾ ਮਾਤਰਾਂ ਦੀ ਗੱਲ ਕਰਦਿਆਂ ਕਈ ਵਾਰੀ ਬੜੀ ਜਗਿਆਸਾ ਨਾਲ ਕਈ ਪੁੱਛ ਲੈਂਦੇ ਨੇ, ਉੱਥੇ ਜੀ ਆਪਣਾ ਹੈ ਇੱਥੇ ਆਪਣਾ ਹੈ, ਇਹਦੇ 'ਚ ਕੀ ਫਰਕ ਹੈ? ਅਰੇ ਭਾਈ, ਅਰਥਾਂ ਵਿੱਚ ਕੋਈ ਫਰਕ ਨਹੀਂ। ਜਦੋਂ ਕਵਿਤਾ ਦਾ ਤੋਲ ਪੂਰਾ ਕਰਨ ਵਾਸਤੇ ਕਿਧਰੇ ਮਾਤਰਾ ਵਧਾਈ ਵੀ ਜਾਂਦੀ ਹੈ ਤੇ ਕਿਧਰੇ ਘਟਾਈ ਵੀ ਜਾਂਦੀ। ਸਾਡਾ ਫਰਜ਼ ਹੈ ਅਸੀਂ ਉਵੇਂ ਹੀ ਪੜ੍ਹੀਏ, ਜੇ ਘਟਾਈ ਹੈ ਤੇ ਘੱਟ ਲਾ ਕੇ ਪੜ੍ਹੀਏ, ਜੇ ਐੜੇ ਨੂੰ ਕੰਨਾ ਪੱਪਾ ਨਾਣੇ ਨੂੰ ਕੰਨਾ ਤੇ ਆਪਣਾ ਪੜ੍ਹੀਏ, ਤੇ ਜੇ ਐੜੇ ਨੂੰ ਕੰਨਾ ਨਹੀਂ ਹੈਗਾ ਤੇ ਆਪਣਾ ਪੜ੍ਹੀਏ। ਅਰਥਾਂ ਵਿੱਚ ਕੋਈ ਫਰਕ ਨਹੀਂ। ਇਉਂ ਕਹਿ ਨਾਨਕ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਉਂ ਨਾਨਕ ਜੀ ਫਰਮਾਉਂਦੇ ਹਨ, ਹੇ ਮਨਾ, ਤੂੰ ਉਸ ਜੋਤ ਸਰੂਪ ਪਰਮਾਤਮਾ ਦਾ ਹੀ ਸਰੂਪ ਹੈ। ਤੂੰ ਆਪਣੇ ਮੂਲ ਨੂੰ ਪਛਾਣਾਂਗਾ। ਜਿਸ ਦਿਨ ਤੂੰ ਆਪਣੇ ਮੂਲ ਨੂੰ ਪਛਾਣ ਲਏਗਾ, ਤੇਰੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣ। ਫਿਰ ਤੂੰ ਭੈੜੀ ਸੰਗਤ ਵਿੱਚ ਨਹੀਂ ਜਾਏਗਾ, ਫਿਰ ਤੂੰ ਗਲਤ ਕੰਮ ਨਹੀਂ ਕਰੇਗਾ, ਇਹ ਤੈਨੂੰ ਸਭ ਕੁਝ ਪ੍ਰਾਪਤ ਹੋ ਜਾਏ। ਹੁਣ ਅਗਲੇ ਪਦ ਵਿੱਚ ਮਹਾਰਾਜ ਕਹਿੰਦੇ, ਮਨ ਤੂੰ ਗਾਰਬ ਅਟਿਆ। ਹੇ ਮਨਾ, ਤੂੰ ਕਦੇ ਆਪਣੇ ਅੰਦਰ ਝਾਤ ਨਹੀਂ ਮਾਰੀ, ਤੇਰੀ ਕਮੀ ਕਿੱਥੇ ਹੈ? ਗਾਰਬ ਅਟਿਆ, ਗਾਰਬ ਦੇ ਬੱਬੇ ਨੂੰ ਸਿਆਰੀ ਹੈ। ਤੂੰ ਅਹੰਕਾਰ ਵਿੱਚ ਚੰਗੀ ਤਰ੍ਹਾਂ ਫਸਿਆ ਹੋਇਆ। ਅਟਿਆ ਦਾ ਮਤਲਬ ਹੁੰਦਾ ਗਲ ਗਲ ਖੁੱਭਿਆ ਹੋਇਆ। ਤੇ ਗਾਰਬ ਲੱਦਿਆ ਜਾਹੇ, ਜੇ ਤੂੰ ਵਿਚਾਰ ਨਾ ਕੀਤੀ ਤਾਂ ਤੂੰ ਅਹੰਕਾਰ ਵਿੱਚ ਲੱਦਿਆ ਹੀ ਸੰਸਾਰ ਤੋਂ ਚਲਾ ਜਾਏ। ਮਨ ਤੂੰ ਗਾਰਬ ਅਟਿਆ, ਗਾਰਬ ਲੱਦਿਆ ਜਾਹੇ, ਮਾਇਆ ਮੋਹਣੀ ਮੋਇਆ, ਫਿਰ ਫਿਰ ਜੂਨੀ ਬਵਾਹੇ। ਇਸ ਮਾਇਆ ਨੇ ਜਿਹੜੀ ਮੋਹਣੀ ਹੈ, ਮੋਹ ਲੈਣ ਵਾਲੀ, ਜਿਸ ਨੇ ਬੜੇ ਬੜੇ ਮੋਹ ਲਏ, ਤੂੰ ਕਿਹੜੇ ਬਾਗ ਦੀ ਮੂਲੀ ਹੈ? ਇਸ ਮਾਇਆ ਮੋਹਣੀ ਨੇ ਤੈਨੂੰ ਮੋਹ ਲਿਆ, ਔਰ ਇਹਦੇ ਮੋਹ ਮਮਤਾ ਵਿੱਚ ਫਸ ਕੇ ਫਿਰ ਫਿਰ ਜੂਨੀ ਪਵਾਹੀ, ਤੈਨੂੰ ਮੁੜ ਮੁੜ ਕੇ ਕਈ ਜੂਨੀਆਂ ਵਿੱਚ ਭਰਨਾ ਪਵੇ। ਗਾਰਬ ਲਾਗਾ ਜਾਹੇ ਮੁਗਧ ਮਨ, ਅੰਤ ਗਿਆ ਪਛਤਾਵੇਂ। ਹੇ ਮੂਰਖ ਮਨ, ਤੂੰ ਅਹੰਕਾਰ ਵਿੱਚ ਲੱਦਿਆ ਹੀ ਸੰਸਾਰ ਤੋਂ ਚਲਾ ਜਾਏ, ਫਿਰ ਅੰਤ ਗਿਆ ਪਛਤਾਵੇਂ। ਅੰਤ ਦੇ ਤੱਤੇ ਨੂੰ ਸਿਆਰੀ ਹੈ, ਅਖੀਰ ਵੇਲੇ ਤੂੰ ਪਛਤਾਏਂਗਾ। ਭਾਵ ਤੂੰ ਸਾਰਾ ਜੀਵਨ ਅਜਾਈਂ ਗਵਾ ਕੇ ਜਾਏਂਗਾ, ਜਿਵੇਂ ਇੱਕ ਜੁਆਰੀ ਆਪਣਾ ਸਾਰਾ ਧਨ ਗਵਾ ਕੇ ਜੂਏ ਵਿੱਚ ਹਾਰ ਕੇ ਫਿਰ ਸਵਾਏ ਪਛਤਾਵੇ ਤੋਂ ਉਹਦੇ ਕੋਲ ਕੁਝ ਨਹੀਂ ਰਹਿੰਦਾ। ਅਹੰਕਾਰ ਤਿਸਨਾ ਰੋਗ ਲੱਗਾ, ਬਿਰਥਾ ਜਨਮ ਗਵਾਵੇ। ਆਪਾਂ ਕਿਸੇ ਦੀ ਗੱਲ ਨਹੀਂ ਕਰਦੇ, ਆਪਣੇ ਵੱਲ ਵੇਖੀਏ। ਸੱਚਮੁੱਚ ਇਹ ਦੋ ਬਿਮਾਰੀਆਂ ਐਸੀਆਂ ਨੇ, ਅਹੰਕਾਰ ਤੇ ਤਿਸਨਾ। ਇਹ ਐਸਾ ਰੋਗ ਹੈ ਜਿਸ ਤੇ ਅਧੀਨ ਹੋ ਕੇ ਬੰਦਾ ਸੋਚਣ ਤੋਂ ਰਹਿਤ ਹੋ ਜਾਂਦਾ। ਕੋਈ ਇਹਨੂੰ ਸਮਝਾਵੇ, ਕੋਈ ਉਹਨੂੰ ਪ੍ਰੇਰੇ, ਇਹ ਸੁਣਦਾ ਹੀ ਨਹੀਂ। ਅਹੰਕਾਰੀ ਬੰਦਾ ਗੱਲ ਸੁਣਦਾ ਹੀ ਨਹੀਂ,
ਔਰ ਤਿਸ਼ਨਾ ਦੇ ਅਧੀਨ ਹੋਇਆ ਰਜਦਾ ਹੀ ਨਹੀਂ। ਮਹਾਰਾਜ ਨੇ ਤੇ ਤਾਂ ਹੀ ਕਿਹਾ ਕਿ ਭੁੱਖਿਆਂ ਭੁੱਖ ਨਾ ਉਤਰੈ, ਜੇ ਬੰਨਾ ਪੁਰੀਆਂ ਭਾਰ। ਜੇ ਸਾਰੀਆਂ ਪੁਰੀਆਂ ਦੇ ਪਦਾਰਥਾਂ ਦੀ ਪੰਡ ਬੰਨ ਕੇ ਦੇ ਦਿਓ ਫਿਰ ਵੀ ਇਹ ਨਹੀਂ ਰਜਦਾ। ਇਹ ਤਿਸ਼ਨਾ ਦੀ ਬਿਮਾਰੀ ਐਸੀ ਹੈ, ਸਾਰੀ ਦੁਨੀਆ ਦੇ ਪਦਾਰਥ ਇਹਦੇ ਕੋਲ ਹੋ ਜਾਣ ਇਹ ਫਿਰ ਵੀ ਨਹੀਂ ਰਜਦਾ। ਇਹ ਤਾਂ ਗੁਰੂ ਦਾ ਗਿਆਨ ਹੀ ਦੱਸ ਸਕਦਾ, ਗੁਰੂ ਦੇ ਗਿਆਨ ਦੁਆਰਾ ਹੀ ਸਮਝਾ ਸਕਦਾ। ਮੈਂ ਪੜ੍ਹ ਰਿਹਾ ਸੀ, ਜਦੋਂ ਗੁਰੂ ਨਾਨਕ ਪਾਤਸ਼ਾਹ ਜਗਤ ਦਾ ਉਧਾਰ ਕਰਦੇ ਇੱਕ ਦੇਸ਼ ਵਿੱਚ ਗਏ ਜਿੱਥੇ ਦਾ ਰਾਜਾ ਕਾਰੂ ਬਾਦਸ਼ਾਹ ਕਿਹਾ ਜਾਂਦਾ। ਸਾਰੀ ਪ੍ਰਜਾ ਤਰਾਸ ਤਰਾਸ ਕਰ ਰਹੀ ਸੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਚਾਰ ਸੁਣ ਕੇ ਦਰਸ਼ਨ ਕਰਕੇ ਪ੍ਰਜਾ ਦੇ ਲੋਕਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਇਸ ਰਾਜੇ ਨੂੰ ਕੁਝ ਸਮਝਾਓ, ਇਹ ਬੜਾ ਪਾਪੀ ਹੈ, ਇਹਨੇ ਸਾਨੂੰ ਬੜਾ ਦੁਖੀ ਕਰ ਦਿੱਤਾ, ਇਹਨੇ ਕਿਸੇ ਕੋਲ ਪੈਸਾ ਧੇਲਾ ਰਹਿਣ ਨਹੀਂ ਦਿੱਤਾ ਔਰ ਇਤਨੀ ਦੌਲਤ ਇਕੱਠੀ ਕਰ ਰਹੀ ਹੈ ਕਿ ਇਸ ਨੇ 40 ਗੰਜ 40 ਕੋਠੇ ਭਰ ਰਹੇ, ਹਾਲੀ ਵੀ ਨਹੀਂ ਟਿਕਦਾ। ਬੜੀਆਂ ਕਹਾਣੀਆਂ ਉਹਦੇ ਨਾਲ ਜੁੜੀਆਂ ਹੋਈਆਂ ਨੇ। ਤਾਂ ਕਹਿੰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜਦੋਂ ਦਰਸ਼ਨ ਕਰਨ ਆਇਆ ਤੇ ਮਹਾਰਾਜ ਨੇ ਉਹਨੂੰ ਇੱਕ ਬਾਤ ਕਹੀ, ਬਾਦਸ਼ਾਹ ਆ ਇੱਕ ਸਾਡੀ ਸੂਈ ਰੱਖ ਲੈ ਅਮਾਨਤ, ਅਸੀਂ ਅੱਗੇ ਚੱਲ ਕੇ ਤੇਰੇ ਤੋਂ ਲੈ ਲਵਾਂਗੇ। ਕਹਿੰਦੇ ਉਹਨੇ ਸੂਈ ਤੇ ਲੈ ਲਈ ਤੇ ਸੂਈ ਲੈ ਕੇ ਜਾ ਕੇ ਆਪਣੀ ਰਾਣੀ ਨੂੰ ਦਿੱਤੀ, ਹੇ ਰਾਣੀ ਇਹ ਸੂਈ ਰੱਖ ਲੈ। ਇਹ ਕਹਿਣ ਲੱਗੀ ਕੀ ਕਾਹਦੇ ਲਈ? ਕਹਿੰਦੀ ਜੀ ਇੱਕ ਸੰਤ ਦੇ ਗਏ ਨੇ, ਕਹਿੰਦੇ ਅਮਾਨਤ ਰੱਖ ਲਓ, ਅੱਗੇ ਚੱਲ ਕੇ ਲੈ ਲਾਂਗੇ। ਉਹ ਰਾਣੀ ਬੜੀ ਸਮਝਦਾਰ ਸੀ, ਕਹਿਣ ਲੱਗੀ ਰਾਜਨ ਤੂੰ ਬੜੇ ਭੁਲੇਖੇ ਵਿੱਚ, ਇਹ ਸੂਈ ਤੂੰ ਕਿਵੇਂ ਅੱਗੇ ਜਾ ਕੇ ਦੇਂਗਾ, ਇਹ ਤਾਂ ਨਾਲ ਨਹੀਂ ਜਾਣੀ, ਤੂੰ ਹੁਣੇ ਹੀ ਉਹਨਾਂ ਨੂੰ ਵਾਪਸ ਕਰ ਦੇ। ਰਾਜਾ ਪਿੱਛੇ ਦੌੜਿਆ, ਪਹੁੰਚਿਆ, ਮਿਲਿਆ, ਕਹਿੰਦਾ ਮਹਾਰਾਜ ਆਪਣੀ ਸੂਈ ਲੈ ਲਓ, ਇਹ ਨਹੀਂ ਮੇਰੇ ਨਾਲ ਜਾਣੀ। ਬਸ ਜਦੋਂ ਲੋਹਾ ਗਰਮ ਸੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਸੱਟ ਮਾਰੀ, ਆਖਿਆ ਗੱਲ ਸੁਣ, ਇੱਕ ਸੂਈ ਤਾਂ ਜਾਣੀ ਨਹੀਂ ਤੇਰੇ ਨਾਲ, ਤੇ ਇਹ ਜਿਹੜੇ ਤੂੰ 40 ਗੰਜ ਇਕੱਠੇ ਕੀਤੇ ਨੇ ਜਾਣਗੇ। ਉਹਨੂੰ ਸਮਝ ਆ ਗਈ, ਪੂਰਾ ਗੁਰੂ ਸਮਝਾ ਦਿੰਦਾ, ਚਰਨਾਂ 'ਤੇ ਟਹਿ ਪਿਆ, ਦੱਸੋ ਮਹਾਰਾਜ ਕੀ ਕਰਾਂ? ਕਹਿਣ ਲੱਗਾ ਇਹ ਸਾਰੀ ਦੌਲਤ ਜਿਨ੍ਹਾਂ ਲੋਕਾਂ ਕੋਲੋਂ ਖੋਈ ਹੈ ਗਰੀਬਾਂ ਦੀ, ਇਹ ਵੰਡ ਦੇ ਤੇ ਸਮਝ ਤੇਰੇ ਨਾਲ ਕੁਝ ਨਹੀਂ ਜਾਣਾ। ਸੱਚਮੁੱਚ ਮਹਾਰਾਜ ਸਾਨੂੰ ਜਗਾ ਰਹੇ, ਗਾਰਬ ਲਾਗਾ ਜਾਹੇ ਮੁਗਧ ਮਨ, ਅੰਤ ਗਿਆ ਪਛਤਾਵਹਿ, ਅਹੰਕਾਰ ਤ੍ਰਿਸ਼ਨਾ ਰੋਗ ਲੱਗਾ, ਬਿਰਥਾ ਜਨਮ ਗਵਾਵਹਿ, ਮਨ ਮੁਖ ਮੁਗਧ ਚੇਤੈ ਨਾਹੀ, ਅੱਗੇ ਗਿਆ ਪਛਤਾਵਹਿ। ਹੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ, ਤੂੰ ਚੇਤੇ ਨਹੀਂ, ਯਾਦ ਨਹੀਂ ਕਰਦਾ, ਯਾਦ ਰੱਖ ਅੱਗੇ ਗਿਆ ਪਛਤਾਵੇਂ। ਵਾਹਿਗੁਰੂ ਦੀ ਦਰਗਾਹ ਵਿੱਚ ਜਾ ਕੇ ਪਛਤਾਏਂਗਾ। ਇਉਂ ਕਹਿ ਨਾਨਕ ਮਨ ਤੂੰ ਗਾਰਬ ਅਟਿਆ, ਗਾਰਬ ਲੱਦਿਆ ਜਾਵੇਂ। ਨਾਨਕ ਜੀ ਫਰਮਾਉਂਦੇ ਨੇ, ਹੇ ਮਨ ਮੈਂ ਤੈਨੂੰ ਸਮਝਾ ਰਿਹਾ, ਤੂੰ ਗਰਭ ਵਿੱਚ ਅਹੰਕਾਰ ਵਿੱਚ ਅਟਿਆ ਹੋਇਆ, ਗਲ ਗਲ ਖੁੱਬਿਆ ਹੋਇਆ, ਤੇ ਇਸੇ ਤਰ੍ਹਾਂ ਅਹੰਕਾਰ ਵਿੱਚ ਖੁੱਬਿਆ ਚਲਾ ਜਾਏਗਾ, ਤੇਰਾ ਜੀਵਨ ਅਕਾਰਥ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।